ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਅੱਜ ਦੀ ਵੀਡੀਓ ਵਿੱਚ ਪੰਜਾਬੀ ਪੈਡਾਗੋਜੀ ਦੇ ਕੁਝ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੇ ਹਾਂ। ਇਹ ਵੀਡੀਓ ਤੁਹਾਡੇ ਪੀਐਸ ਟੈਟ ਐਗਜ਼ਾਮ ਲਈ ਕਾਫੀ ਇੰਪੋਰਟੈਂਟ ਹੈ। ਸੋ ਇਸ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ। ਸੈਸ਼ਨ ਦੀ PDF ਨੂੰ ਪ੍ਰਾਪਤ ਕਰਨ ਦੇ ਲਈ ਆਪਣਾ ਟੈਲੀਗ੍ਰਾਮ ਚੈਨਲ ਜਿਹਦਾ ਨਾਮ ਹੈਗਾ ਜੀ ਡੋਰ ਸਟੈਪ ਐਜੂਕੇਸ਼ਨ ਪੁਆਇੰਟ, ਉਹਨੂੰ ਵੀ ਜ਼ਰੂਰ ਜੁਆਇਨ ਕਰ ਲਿਓ। ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸੈਸ਼ਨ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਸੋ ਸ਼ੁਰੂਆਤ ਕਰਦੇ ਹਾਂ ਅੱਜ ਦੇ ਆਪਣੇ ਪਹਿਲੇ ਪ੍ਰਸ਼ਨ ਤੋਂ। ਪਹਿਲਾ ਜਿਹੜਾ ਪ੍ਰਸ਼ਨ ਹੈਗਾ ਜੀ, ਪ੍ਰਸ਼ਨ ਦੇ ਵਿੱਚ ਪੁੱਛਿਆ ਜਾ ਰਿਹਾ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਸਤਿਕਾਰਵਾਚਕ ਵਿਸਮਿਕ ਨਹੀਂ ਹੈ। ਸੋ ਤੁਸੀਂ ਵੇਖ ਲਓ, ਵਿਸਮਿਕ ਚਿੰਨ੍ਹਾਂ ਦੀ ਆਪਾਂ ਵਰਤੋਂ ਕਰਦੇ ਹਾਂ ਐਂਡ ਇਹਨਾਂ ਵਿੱਚੋਂ ਤੁਸੀਂ ਦੱਸਣਾ ਆ ਕਿਹੜਾ ਸ਼ਬਦ ਪੜ੍ਹ ਕੇ ਤੁਹਾਨੂੰ ਲੱਗਦਾ ਆ ਕਿ ਇਹਦੇ ਵਿੱਚ ਸਤਿਕਾਰ ਨਹੀਂ ਦਿੱਤਾ ਜਾ ਰਿਹਾ। ਜਿਵੇਂ ਕਿ ਆਓ ਜੀ, ਧੰਨ ਭਾਗ, ਭਲਾ ਹੋਵੇ, ਜੀ ਆਇਆਂ ਨੂੰ। ਸੋ ਇਹਦੇ ਵਿੱਚ ਜਿਹੜਾ ਸਹੀ ਜਵਾਬ ਹੋਊਗਾ ਜੀ, ਪਹਿਲਾਂ ਤੁਸੀਂ ਮੇਰੇ ਜਵਾਬ ਦੇਣ ਤੋਂ ਪਹਿਲਾਂ ਜਵਾਬ ਦੇ ਦਿਓ, ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਹਾਂ ਵੀ ਸਹੀ ਜਵਾਬ ਹੋਣਾ ਕਿਹੜਾ ਆ। ਸੋ ਜਿਹੜਾ ਪਹਿਲਾ ਜਵਾਬ ਹੈਗਾ ਜੀ ਆਓ ਜੀ, ਇਹ ਵੀ ਸਤਿਕਾਰਵਾਚਕ ਹੈ। ਧੰਨ ਭਾਗ, ਜੀ ਆਇਆਂ ਨੂੰ, ਇਹ ਸਾਰੇ ਸਤਿਕਾਰਵਾਚਕ ਨੇ। ਬਟ ਭਲਾ ਹੋਵੇ, ਇਹਦੇ ਵਿੱਚ ਕੋਈ ਸਤਿਕਾਰ ਨਹੀਂ ਕੀਤਾ ਜਾ ਰਿਹਾ। ਸੋ ਆਪਸ਼ਨ ਨੰਬਰ ਸੀ ਜਵਾਬ ਤੁਹਾਡਾ ਸਹੀ ਹੋਵੇਗਾ। ਅਗਲਾ ਪ੍ਰਸ਼ਨ ਦੇਖਦੇ ਹਾਂ। ਗਿਆਤ ਤੋਂ ਅਗਿਆਤ ਵੱਲ ਨੂੰ ਜਾਂਦੇ ਹਾਂ। ਵੈਸੇ ਗਿਆਤ ਕੀ ਹੁੰਦਾ ਆ ਜੀ? ਨੋਨ, ਜਿਹੜੀਆਂ ਚੀਜ਼ਾਂ ਨੂੰ ਅਸੀਂ ਜਾਣਦੇ ਹਾਂ। ਇਹ ਹੋ ਗਿਆ ਜੀ ਅਨਨੋਨ, ਜਦੋਂ ਤੁਸੀਂ ਜਾਣਦੇ ਹੋਏ ਚੀਜ਼ਾਂ ਤੋਂ ਲੈ ਕੇ ਅਣਜਾਣ ਚੀਜ਼ਾਂ ਵੱਲ ਨੂੰ ਜਾਂਦੇ ਹੋ। ਇਹ ਇੱਕ ਲਾ ਹੈਗਾ ਆ ਜੀ, ਜਾਂ ਫਿਰ ਇਹਨੂੰ ਤੁਸੀਂ ਮੈਕਸਿਮਸ ਆਫ ਟੀਚਿੰਗ ਵੀ ਕਹਿੰਦੇ ਹੋ ਇੰਗਲਿਸ਼ ਦੇ ਵਿੱਚ। ਸੋ ਇਹ ਜਿਹੜਾ ਨਿਯਮ ਹੈਗਾ ਆ, ਇਸ ਉੱਤੇ ਆਧਾਰਿਤ ਜਦੋਂ ਤੁਸੀਂ ਵਿਆਕਰਣ ਪੜ੍ਹਾਉਂਦੇ ਹੋ ਜੀ, ਇਸ ਵਿਧੀ ਨੂੰ, ਇਸ ਮੈਥਡ ਨੂੰ ਕਿਹਾ ਕੀ ਜਾਂਦਾ ਆ? ਕੀ ਇਹ ਨਿਗਮਨ ਵਿਧੀ ਹੈ, ਜਾਂ ਫਿਰ ਇਹ ਆਗਮਨ ਵਿਧੀ ਹੈ, ਜਾਂ ਫਿਰ ਇਹ ਪਾਠ ਪੁਸਤਕ ਵਿਧੀ ਹੈ, ਜਾਂ ਫਿਰ ਇਹ ਸੂਤਰ ਵਿਧੀ ਹੈ? ਜੇਕਰ ਇਸ ਮੈਥਡ ਦੀ ਗੱਲ ਕਰੀਏ, ਜਦੋਂ ਆਪਾਂ ਗਿਆਤ ਤੋਂ ਅਗਿਆਤ ਵੱਲ ਜਾਂਦੇ ਹਾਂ, ਐਂਡ ਦੋ ਤਰੀਕੇ ਤੁਸੀਂ ਜ਼ਰੂਰ ਦੇਖੇ ਹੋਣੇ ਆ ਗ੍ਰਾਮਰ ਪੜ੍ਹਾਉਣ ਦੇ, ਜਿਹਨੂੰ ਤੁਸੀਂ ਇੰਡਕਟਿਵ ਐਂਡ ਡਿਡਕਟਿਵ ਮੈਥਡ ਕਹਿੰਦੇ ਹੋ। ਇੰਡਕਟਿਵ ਮੈਥਡ ਨੂੰ ਤੁਸੀਂ ਪੰਜਾਬੀ ਵਿੱਚ ਆਗਮਨ ਵਿਧੀ ਕਹਿੰਦੇ ਹੋ, ਅਤੇ ਡਿਡਕਟਿਵ ਮੈਥਡ ਨੂੰ ਤੁਸੀਂ ਪੰਜਾਬੀ ਵਿੱਚ ਨਿਗਮਨ ਵਿਧੀ ਕਹਿੰਦੇ ਹੋ। ਅਤੇ ਇਹਦੇ ਵਿੱਚ ਅਸੀਂ ਜਦੋਂ ਗਿਆਤ ਤੋਂ ਅਗਿਆਤ ਵੱਲ ਜਾ ਰਹੇ ਹਾਂ, ਮਤਲਬ ਕਿ ਆਪਾਂ ਕਿਤੇ ਨਾ ਕਿਤੇ ਬੱਚਿਆਂ ਨੂੰ ਉਹਨਾਂ ਉਦਾਹਰਨਾਂ ਬਾਰੇ ਦੱਸ ਰਹੇ ਹਾਂ, ਜਾਂ ਫਿਰ ਇਹ ਜਿਹੜੀ ਵਿਧੀ ਹੈਗੀ ਆ ਜੀ, ਇਹ ਆਗਮਨ ਵਿਧੀ ਹੀ ਇਹਦੇ ਵਿੱਚ ਜਿਹੜਾ ਸਹੀ ਜਵਾਬ ਹੋਊਗਾ ਜੀ ਉਹ ਆਊਗਾ। ਇੰਗਲਿਸ਼ ਵਿੱਚ ਕਿਹੜਾ ਜਵਾਬ ਆਊਗਾ ਜੀ? ਆਗਮਨ ਵਿਧੀ ਤੇ ਇੰਡਕਟਿਵ ਮੈਥਡ ਇਜ਼ ਦਾ ਰਾਈਟ ਆਨਸਰ, ਕਿ ਆਪਾਂ ਗਿਆਤ ਤੋਂ ਅਗਿਆਤ ਵੱਲ ਜਾ ਰਹੇ ਹਾਂ। ਸੋ ਇਸ ਨਿਯਮ ਉੱਪਰ ਜਦੋਂ ਆਪਾਂ ਵਿਆਕਰਣ ਪੜ੍ਹਾਉਣ ਦੀ ਵਿਧੀ, ਇਹਨੂੰ ਆਪਾਂ ਕਹਿੰਦੇ ਹਾਂ ਜੀ ਆਗਮਨ ਵਿਧੀ। ਆਪਸ਼ਨ ਨੰਬਰ B ਜਵਾਬ ਨੂੰ ਤੁਸੀਂ ਲਗਾ ਦਿਓ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਭਾਸ਼ਾ ਸਿੱਖਿਆ ਦਾ ਸਭ ਤੋਂ ਜਿਹੜਾ ਪਹਿਲਾ ਪੜਾਅ ਜਾਂ ਫਿਰ ਜਿਹੜੀ ਸਟੇਜ ਹੈਗੀ ਆ, ਉਹ ਕਿਹੜੀ ਹੁੰਦੀ ਹੈ? ਜੇਕਰ ਤੁਸੀਂ ਭਾਸ਼ਾ ਨੂੰ ਸਿੱਖਣਾ ਚਾਹੁੰਦੇ ਹੋ ਤੇ ਤੁਹਾਨੂੰ ਕੀ ਲੱਗਦਾ ਆ ਵੀ ਸਭ ਤੋਂ ਫਸਟ ਸਟੈਪ ਕੀ ਹੋ ਸਕਦਾ ਆ? ਬੋਲਣਾ, ਸੁਣਨਾ ਤੇ ਸਮਝਣਾ, ਜਾਂ ਫਿਰ ਪੜ੍ਹਨਾ, ਜਾਂ ਫਿਰ ਲਿਖਣਾ? ਸਭ ਤੋਂ ਪਹਿਲਾ ਜਿਹੜਾ ਪੜਾਅ ਹੈਗਾ ਜੀ ਭਾਸ਼ਾ ਨੂੰ ਸਿੱਖਣ ਦਾ, ਉਹ ਆਪਾਂ ਪਹਿਲਾਂ ਸੁਣਦੇ ਹਾਂ, ਫਿਰ ਸਮਝਦੇ ਹਾਂ। ਜਿਵੇਂ ਛੋਟੇ ਬੱਚੇ ਹੁੰਦੇ ਨੇ, ਉਹਨਾਂ ਨੂੰ ਕੋਈ ਭਾਸ਼ਾ ਤਾਂ ਸਿਖਾਉਂਦਾ ਨਹੀਂ, ਉਹ ਆਪਣੇ ਆਪ ਹੀ ਇਨਵਾਇਰਮੈਂਟ ਨੂੰ ਓਬਜ਼ਰਵ ਕਰਦੇ ਹੈਗੇ ਆ, ਚੀਜ਼ਾਂ ਨੂੰ ਸੁਣਦੇ ਆ, ਸਮਝਦੇ ਹੈਗੇ ਆ, ਫਿਰ ਉਹ ਬੋਲਣਾ ਸ਼ੁਰੂ ਕਰਦੇ ਆ ਹੌਲੀ ਹੌਲੀ, ਫਿਰ ਉਹ ਪੜ੍ਹਨਾ ਸ਼ੁਰੂ ਕਰਦੇ ਆ, ਫਿਰ ਉਹ ਲਿਖਣਾ ਸ਼ੁਰੂ ਕਰਦੇ ਆ। ਜਿਵੇਂ ਕਿ ਇਸ ਸੀਕੁਐਂਸ ਦੇ ਵਿੱਚ ਹੀ ਬੱਚੇ ਜਿਹੜੇ ਨੇ ਜੀ, ਕੁਦਰਤੀ ਲੈਂਗੁਏਜ ਦੀ ਜੇਕਰ ਆਪਾਂ ਗੱਲ ਕਰੀਏ, ਨੈਚੁਰਲ ਲੈਂਗੁਏਜ ਦੀ ਜਾਂ ਫਿਰ ਫਸਟ ਲੈਂਗੁਏਜ ਦੀ, ਇਸ ਤਰੀਕੇ ਦੇ ਨਾਲ ਹੀ ਉਹ ਸਿੱਖਦੇ ਨੇ। LSRW, ਪਹਿਲਾਂ ਉਹ ਸੁਣਨਗੇ, ਫਿਰ ਉਸ ਤੋਂ ਬਾਅਦ ਸਪੀਕ ਕਰਨਗੇ, ਫਿਰ ਉਸ ਤੋਂ ਬਾਅਦ ਰੀਡ ਕਰਨਗੇ, ਫਿਰ ਉਸ ਤੋਂ ਬਾਅਦ ਰਾਈਟ, ਫਿਰ ਸੁਣਨਾ ਤੇ ਸਮਝਣਾ। ਇਹ ਜਵਾਬ ਤੁਹਾਡਾ ਸਹੀ ਹੋਏਗਾ। ਆਪਸ਼ਨ ਨੰਬਰ B ਜਵਾਬ ਨੂੰ ਤੁਸੀਂ ਲਗਾ ਦਿਓ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ, ਐਂਡ ਲਾਸਟ ਤੇ ਤੁਸੀਂ ਮੈਨੂੰ ਜ਼ਰੂਰ ਦੱਸਣਾ ਹੈ ਤੁਹਾਡੇ 15 ਵਿੱਚੋਂ ਇੱਥੇ ਕਿੰਨੇ ਨੰਬਰ ਬਣੇ ਨੇ। ਅਗਲਾ ਪ੍ਰਸ਼ਨ ਦੇਖ ਲਓ। ਅਗਲੇ ਪ੍ਰਸ਼ਨ ਦੇ ਵਿੱਚ ਤੁਹਾਡੇ ਤੋਂ ਪੁੱਛਿਆ ਜਾ ਰਿਹਾ, ਕਵਿਤਾ ਪਾਠ ਦੇ ਉਦੇਸ਼ਾਂ ਦੀ ਪੂਰਤੀ ਲਈ ਮਿਡਲ ਪੱਧਰ ਉੱਤੇ ਕਵਿਤਾ ਪੜ੍ਹਾਉਣ ਦੀ ਕਿਸ ਵਿਧੀ ਨੂੰ ਉੱਤਮ ਮੰਨਿਆ ਜਾਂਦਾ ਹੈ? ਸੋ ਤੁਸੀਂ ਇਹ ਵੇਖ ਲਿਓ, ਇਹ ਮਿਡਲ ਪੱਧਰ ਹੈ। ਮਿਡਲ ਪੱਧਰ ਉੱਤੇ ਤੁਸੀਂ ਬੱਚਿਆਂ ਨੂੰ ਕਵਿਤਾ ਪੜ੍ਹਾਉਣੀ ਹੈ, ਅਤੇ ਕਿਹੜਾ ਮੈਥਡ ਤੁਹਾਨੂੰ ਲੱਗਦਾ ਆ ਵੀ ਸਭ ਤੋਂ ਵਧੀਆ ਹੋ ਸਕਦਾ ਆ? ਐਂਡ ਵੇਖਿਓ, ਪ੍ਰਾਇਮਰੀ ਪੱਧਰ ਨਹੀਂ ਹੈਗਾ, ਮਿਡਲ ਪੱਧਰ ਹੈ। ਅਤੇ ਇਹਦੇ ਵਿੱਚ ਕੀ ਪ੍ਰਸ਼ਨ ਉੱਤਰ ਵਿਧੀ ਹੋ ਸਕਦਾ ਆ? ਗੀਤ ਅਤੇ ਨਾਟ ਵਿਧੀ, ਜਾਂ ਫਿਰ ਵਿਆਖਿਆ ਵਿਧੀ, ਜਾਂ ਫਿਰ ਉਪਰੋਕਤ ਵਿੱਚੋਂ ਕੋਈ ਨਹੀਂ। ਤੁਸੀਂ ਪੜ੍ਹਾ ਕੀ ਰਹੇ ਹੋ? ਤੁਸੀਂ ਕਵਿਤਾ ਪੜ੍ਹਾ ਰਹੇ ਹੋ, ਨਾ ਕਿ ਕਹਾਣੀ। ਅਤੇ ਕਵਿਤਾ ਪੜ੍ਹਾਉਣ ਦੇ ਲਈ ਤੁਹਾਨੂੰ ਕੀ ਲੱਗਦਾ ਆ, ਆਪਾਂ ਕੀ ਪ੍ਰਸ਼ਨ ਉੱਤਰਾਂ ਨਾਲ ਕਵਿਤਾ ਦੇ ਉਦੇਸ਼ਾਂ ਦੀ ਪੂਰਤੀ ਲਈ ਵਧੀਆ ਤਰੀਕੇ ਨਾਲ ਪੜ੍ਹਾ ਸਕਦੇ ਹਾਂ ਪ੍ਰਸ਼ਨ ਉੱਤਰ ਵਿਧੀ ਦੇ ਨਾਲ? ਨਹੀਂ। ਗੀਤ ਅਤੇ ਨਾਟ ਵਿਧੀ ਇਹ ਨਹੀਂ ਇੰਨਾ ਸਹੀ ਆ, ਬਟ ਵਿਆਖਿਆ ਵਿਧੀ, ਜਦੋਂ ਆਪਾਂ ਮਿਡਲ ਪੱਧਰ 'ਤੇ ਵੇਖੀਏ ਅਤੇ ਕਵਿਤਾ ਨੂੰ ਪੜ੍ਹਾਉਣ ਦੇ ਲਈ ਆਪਾਂ ਵਿਆਖਿਆ ਦੀ ਵਰਤੋਂ ਕਰਾਂਗੇ। ਸੋ ਆਪਸ਼ਨ ਨੰਬਰ C ਜਵਾਬ ਮੇਰੇ ਅਕੋਰਡਿੰਗ ਤਾਂ ਸਹੀ ਹੋਊਗਾ, ਐਂਡ ਇਸ ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ, ਦੇ ਬਾਕੀ ਦੀਆਂ ਆਪਸ਼ਨਾਂ ਹੋ ਜਾਣਗੀਆਂ ਗਲਤ। ਵਿਆਖਿਆ ਵਿਧੀ ਇਸ ਦਾ ਰਾਈਟ ਆਨਸਰ। ਅਤੇ ਹੁਣ ਦੇਖਦੇ ਹਾਂ ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ, ਪੰਜਾਬੀ ਭਾਸ਼ਾ ਦੀ ਸਿੱਖਿਆ ਦੇ ਸਹਾਇਕ ਸਾਧਨਾਂ ਵਿੱਚੋਂ ਲਿੰਗੁਆ ਫੋਨ ਕਿਸ ਸਾਧਨ ਦਾ ਸੁਧਰਿਆ ਰੂਪ ਹੈਗਾ ਜੀ? ਸੋ ਤੁਸੀਂ ਦੱਸਣਾ ਆ ਕਿ ਇਹ ਗ੍ਰਾਮੋਫੋਨ ਹੈ, ਐਪੀਡਾਇਕਸਕੋਪ ਹੈ,
ਫਿਲਮ ਪ੍ਰੋਜੈਕਟਰ ਜਾਂ ਫਿਰ ਓਵਰਹੈਡ ਪ੍ਰੋਜੈਕਟਰ। ਸੋ ਦੋਸਤੋ ਲਿੰਗੁਆ ਫੋਨ ਕਿਸ ਸਾਧਨ ਦਾ ਸੁਧਰਿਆ ਹੋਇਆ ਰੂਪ ਹੈਗਾ ਜੀ? ਇਹਦਾ ਜਵਾਬ ਹੋ ਜਾਊਗਾ ਜੀ ਗ੍ਰਾਮੋਫੋਨ। ਆਪਸ਼ਨ ਨੰਬਰ ਏ ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਅਧਿਆਪਨ ਇੱਕ ਗੁੰਝਲਦਾਰ ਪ੍ਰਕਿਰਿਆ ਹੈਗੀ ਆ। ਅਧਿਆਪਨ ਕੀ ਹੈ ਜੀ? ਟੀਚਿੰਗ ਦੀ ਗੱਲ ਕੀਤੀ ਜਾ ਰਹੀ ਹੈ। ਸੋ ਟੀਚਿੰਗ ਇੱਕ ਗੁੰਝਲਦਾਰ ਪ੍ਰਕਿਰਿਆ ਹੈ। ਇਸ ਸੰਬੰਧ ਵਿੱਚ ਜੈਕਸਨ ਨੇ ਇਸ ਪ੍ਰਕਿਰਿਆ ਅਧੀਨ ਅਧਿਆਪਨ ਨੂੰ ਕਿੰਨੀਆਂ ਅਵਸਥਾਵਾਂ ਵਿੱਚ ਗੁਜ਼ਰਨ ਬਾਰੇ ਕਿਹਾ ਹੈਗਾ ਜੀ? ਕੀ ਉਹ 3 ਹੈ, 4 ਹੈ, 6 ਹੈ ਜਾਂ ਫਿਰ 2 ਹੈ? ਸਹੀ ਜਵਾਬ ਦੀ ਗੱਲ ਕਰਦੇ ਹਾਂ ਇੱਥੇ ਜਿਹੜਾ ਜਵਾਬ ਆਊਗਾ ਜੀ 3 ਅਵਸਥਾਵਾਂ ਦੀ ਉਹਨਾਂ ਨੇ ਗੱਲ ਕੀਤੀ ਹੈਗੀ ਆ। ਸੋ ਆਪਸ਼ਨ ਨੰਬਰ ਇਹ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ। ਜੈਕਸਨ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਤੇ ਇਹਨਾਂ ਨੇ ਅਧਿਆਪਨ ਨੂੰ ਟੀਚਿੰਗ ਨੂੰ 3 ਅਵਸਥਾਵਾਂ ਵਿੱਚੋਂ ਗੁਜ਼ਰਨ ਬਾਰੇ ਕਿਹਾ ਹੋਇਆ। ਸੋ ਆਪਸ਼ਨ ਨੰਬਰ ਇਹ ਜਵਾਬ 3 ਨੂੰ ਸਹੀ ਲਗਾ ਦਿਓ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ, ਵਿਦਿਆਰਥੀਆਂ ਦੀਆਂ ਭਾਸ਼ਾ ਸੰਬੰਧੀ ਤਰੁੱਟੀਆਂ ਨੂੰ ਦੂਰ ਕਰਨ ਲਈ ਆਮ ਤੌਰ 'ਤੇ ਕਿਹੜੀ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ? ਸੋ ਤੁਹਾਨੂੰ ਕੀ ਲੱਗਦਾ ਆ, ਜੇਕਰ ਮੰਨ ਲਓ ਭਾਸ਼ਾ ਸੰਬੰਧੀ ਬੱਚਿਆਂ ਦੇ ਵਿੱਚ ਲੱਗ ਰਿਹਾ ਤੁਹਾਨੂੰ ਕਿ ਕੁਝ ਤਰੁੱਟੀਆਂ ਹੈਗੀਆਂ ਨੇ, ਉਹਨਾਂ ਨੂੰ ਤੁਸੀਂ ਦੂਰ ਕਰਨਾ ਆ, ਤੇ ਤੁਸੀਂ ਉਹਨਾਂ ਨੂੰ ਦੂਰ ਕਰਨ ਦੇ ਲਈ ਕਿਹੜੀ ਵਿਧੀ ਜਾਂ ਫਿਰ ਮੈਥਡ ਦਾ ਵਰਤੋਂ ਕਰੋਗੇ ਤੁਸੀਂ? ਕੀ ਇਹਦਾ ਜਵਾਬ ਹੋਊਗਾ ਜੀ ਵਿਅਕਤੀਗਤ ਉਪਚਾਰ ਵਿਧੀ ਜਾਂ ਫਿਰ ਸਮੂਹਿਕ ਉਪਚਾਰ ਵਿਧੀ ਜਾਂ ਫਿਰ ਗੁੱਟ ਉਪਚਾਰ ਵਿਧੀ ਜਾਂ ਫਿਰ ਉਪਰੋਕਤ ਸਾਰੇ ਹੀ? ਸੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੋਊਗਾ, ਵਿਦਿਆਰਥੀਆਂ ਦੀਆਂ ਭਾਸ਼ਾ ਸੰਬੰਧੀ ਤਰੁੱਟੀਆਂ ਨੂੰ ਦੂਰ ਕਰਨ ਦੇ ਲਈ ਆਪਾਂ ਸਾਰੇ ਹੀ ਮੈਥਡਸ ਦੀ ਵਰਤੋਂ ਕਰਾਂਗੇ। ਸੋ ਬਿਲਕੁਲ ਆਪਸ਼ਨ ਨੰਬਰ ਡੀ ਤੁਹਾਡਾ ਜਵਾਬ ਸਹੀ ਹੈਗਾ ਜੀ। ਆਪਸ਼ਨ ਨੰਬਰ ਡੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ ਕਿ ਬਈ ਆਪਾਂ ਵਿਅਕਤੀਗਤ ਉਪਚਾਰ, ਸਮੂਹਿਕ ਉਪਚਾਰ ਤੇ ਗੁੱਟ ਉਪਚਾਰ ਵਿਧੀ ਸਾਰਿਆਂ ਦੀ ਵਰਤੋਂ ਕਰਾਂਗੇ, ਜਿਹਦੇ ਨਾਲ ਬੱਚਿਆਂ ਦੇ ਵਿੱਚ ਭਾਸ਼ਾ ਸੰਬੰਧੀ ਤਰੁੱਟੀਆਂ ਨੇ ਜੀ ਉਹਨਾਂ ਨੂੰ ਦੂਰ ਕੀਤਾ ਜਾ ਸਕੇ। ਡੀ ਜਵਾਬ ਨੂੰ ਟਿਕ ਲਗਾਉਣ ਤੋਂ ਬਾਅਦ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਜੱਟ ਪਿਆਈ ਲੱਸੀ ਤੇ ਗਲ ਵਿੱਚ ਪਾ ਲਈ ਰੱਸੀ। ਇਹ ਜਿਹੜਾ ਅਖਾਣ ਹੈਗਾ ਆ, ਵੈਸੇ ਗ੍ਰਾਮਰ ਬੇਸਡ ਪ੍ਰਸ਼ਨ ਹੈ ਵੀ ਇਹਦੀ ਜਿਹੜੀ ਵਰਤੋਂ ਹੈਗੀ ਹੈ ਕਿਹੜੇ ਸਮੇਂ ਕੀਤੀ ਜਾਂਦੀ ਹੈ? ਸੋ ਜਦੋਂ ਕੋਈ ਥੋੜ੍ਹੇ ਜਿਹੇ ਅਹਿਸਾਨ ਨੂੰ ਵਾਰ-ਵਾਰ ਜਤਾਈ ਜਾਵੇ, ਜਦੋਂ ਕੋਈ ਹਰ ਕੰਮ ਧੱਕੇ ਨਾਲ ਕਰਦਾ ਹੋਵੇ, ਜਾਂ ਫਿਰ ਆਪਸ਼ਨ ਨੰਬਰ ਸੀ ਧੋਖੇ ਨਾਲ ਮਾਰਨਾ, ਜਾਂ ਫਿਰ ਆਪਸ਼ਨ ਨੰਬਰ ਡੀ ਖਵਾ ਪਿਆ ਕੇ ਮਤਲਬ ਕੱਢਣਾ। ਸੋ ਜੱਟ ਪਿਆਈ ਲੱਸੀ ਤੇ ਗਲ ਵਿੱਚ ਪਾ ਲਈ ਰੱਸੀ, ਹੈ ਨਾ, ਮਤਲਬ ਇਹ ਹੈ ਕਿ ਵੀ ਜਦੋਂ ਕੋਈ ਥੋੜ੍ਹੇ ਜਿਹੇ ਅਹਿਸਾਨ ਨੂੰ ਵਾਰ-ਵਾਰ ਜਤਾਈ ਜਾਵੇ, ਵੀ ਕਹੇ ਤੁਹਾਨੂੰ ਵੀ ਮੈਂ ਤੇਰਾ ਇਹ ਕੀਤਾ, ਮੈਂ ਤੇਰਾ ਉਹ ਕੀਤਾ ਆ, ਵੇਖ ਲਾ ਮੈਂ, ਤੂੰ ਮੇਰਾ ਨਹੀਂ ਕਰਦਾ ਜਾਂ ਫਿਰ ਨਹੀਂ ਕਰਦੀ। ਸੋ ਇਸ ਤਰ੍ਹਾਂ ਦੀਆਂ ਜਦੋਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਜੱਟ ਪਿਆਈ ਲੱਸੀ ਤੇ ਗਲ ਵਿੱਚ ਪਾ ਲਈ ਰੱਸੀ, ਮਤਲਬ ਥੋੜ੍ਹਾ ਜਿਹਾ ਅਹਿਸਾਨ ਕੀਤਾ ਤੇ ਵਾਰ-ਵਾਰ ਉਹਨੂੰ ਜਤਾਈ ਜਾਣਾ। ਸੋ ਇਹ ਬਿਲਕੁਲ ਹੀ ਮਤਲਬ ਹੈ ਨਾ ਵੀ ਅੱਜ ਕੱਲ੍ਹ ਦੇ ਟਾਈਮ ਵਿੱਚ ਇਹ ਬਹੁਤ ਜ਼ਿਆਦਾ ਹੁੰਦਾ ਆ। ਸੋ ਆਪਸ਼ਨ ਨੰਬਰ ਏ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ। ਤੇ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਇੱਥੇ ਪੁੱਛਿਆ ਜਾ ਰਿਹਾ ਕਿ ਪੰਜਾਬੀ ਭਾਸ਼ਾ ਦੀਆਂ ਵਿਅੰਜਨ ਧੁਨੀਆਂ ਵਿੱਚੋਂ ਕੰਬਵਾਂ ਵਿਅੰਜਨ ਕਿਹੜਾ ਆ? ਤੁਸੀਂ ਇਹਨਾਂ ਵਿੱਚੋਂ ਦੱਸਣਾ ਆ ਵੀ ਤੁਸੀਂ ਆਵਾਜ਼ ਕੱਢ ਕੇ ਦੇਖੋ ਵੀ ਕੰਬਵੀਂ ਆਵਾਜ਼ ਕਿਹੜੇ ਵਿਅੰਜਨ ਨੂੰ ਬੋਲ ਕੇ ਆ ਰਹੀ ਹੈ। ਸੋ ਉਹਦਾ ਜਿਹੜਾ ਸਹੀ ਜਵਾਬ ਹੈਗਾ ਜੀ, ਮੈਂ ਸਹੀ ਜਵਾਬ ਦੀ ਹੀ ਗੱਲ ਕਰੂੰਗਾ ਇੱਥੇ, ਉਹਦਾ ਜਿਹੜਾ ਸਹੀ ਜਵਾਬ ਬਣੇਗਾ ਜੀ ਰ, ਹੈ ਨਾ। ਕੰਬਵਾਂ ਵਿਅੰਜਨ ਜੇ ਤੁਸੀਂ ਬੋਲੋਗੇ, ਵੇਖੋ ਵੀ ਕੰਬਣ ਦੀ ਆਵਾਜ਼ ਆਊਗੀ ਰ, ਹੈ ਨਾ। ਸੋ ਆਪਸ਼ਨ ਨੰਬਰ ਏ ਜਿਹੜਾ ਹੈਗਾ ਜੀ ਇਹ ਤੁਹਾਡਾ ਸਹੀ ਜਵਾਬ ਬਣੇਗਾ। ਅੱਗੇ ਪ੍ਰਸ਼ਨ ਵੇਖੋ, ਬੁੱਲਾਂ ਦੀ ਸਥਿਤੀ ਦੀ ਦ੍ਰਿਸ਼ਟੀ ਤੋਂ ਪੰਜਾਬੀ ਸਵਰਾਂ ਨੂੰ ਕਿੰਨੇ ਵਰਗਾਂ ਵਿੱਚ ਵੰਡਿਆ ਜਾਂਦਾ ਆ? ਵੈਸੇ ਜੇ ਵੇਖਿਆ ਜਾਵੇ ਤਾਂ ਪਿਛਲੇ ਟਾਈਮ ਦੇ ਵਿੱਚ ਵੀ ਇਸ ਤੋਂ ਸੰਬੰਧਿਤ ਇੱਕ ਪ੍ਰਸ਼ਨ ਪੁੱਛਿਆ ਗਿਆ ਸੀਗਾ। ਸੋ ਕੀ ਜਵਾਬ ਹੋਊਗਾ ਜੀ? ਬੁੱਲਾਂ ਦੀ ਸਥਿਤੀ ਦੀ ਦ੍ਰਿਸ਼ਟੀ ਤੋਂ ਪੰਜਾਬੀ ਸਵਰਾਂ ਨੂੰ ਆਪਾਂ ਕੀ 4, 5, 3 ਜਾਂ ਫਿਰ 2 ਭਾਗਾਂ ਵਿੱਚ ਵੰਡਦੇ ਹਾਂ। ਸੋ ਇੱਕ ਪਿਛਲੇ ਜੇ ਨਾ ਟਾਈਮ ਦੇ ਵਿੱਚ ਮੈਨੂੰ ਲੱਗਦਾ ਆਪਣੇ ਪ੍ਰੀਵੀਅਸ ਈਅਰ ਦੇ ਵਿੱਚੋਂ ਵੀ ਮੈਂ ਇੱਕ ਪ੍ਰਸ਼ਨ ਕਰਵਾਇਆ ਵੀ ਸੀ ਕਿ ਗੁਲਾਈਦਾਰ ਤੇ ਗੁਲਾਈ ਰਹਿਤ। ਸੋ ਉਸ ਆਧਾਰ 'ਤੇ ਨਾ ਆਪਾਂ ਸਵਰਾਂ ਨੂੰ 2 ਭਾਗਾਂ ਵਿੱਚ ਵੰਡਦੇ ਹੈਗੇ ਆ। ਸੋ ਆਪਸ਼ਨ ਨੰਬਰ ਜਿਹੜਾ ਡੀ ਜਵਾਬ ਹੋਊਗਾ ਜੀ ਇਹ ਜਵਾਬ ਤੁਹਾਡਾ ਬਿਲਕੁਲ ਸਹੀ ਹੋਣਾ ਆ। ਤੇ ਦੇਖ ਲਓ ਅਗਲਾ ਪ੍ਰਸ਼ਨ। ਅਗਲਾ ਪ੍ਰਸ਼ਨ ਕੀ ਹੈਗਾ ਜੀ? ਰਹਿਮਤ ਹੈਗਾ ਜੀ। ਰਹਿਮਤ ਕੌਣ ਹੈ? ਰਹਿਮਤ, ਚਲੋ ਰਹਿਮਤ ਬਹੁਤ ਖੁਸ਼ ਹੈ ਕਿਉਂਕਿ ਉਹ ਜਮਾਤ ਵਿੱਚ ਪਹਿਲੇ ਨੰਬਰ 'ਤੇ ਆਇਆ ਹੈ। ਸੋ ਇਸ ਵਾਕ ਵਿੱਚ ਦੀ ਕਿਸਮ ਪਛਾਣੋ, ਸੰਯੁਕਤ ਵਾਕ ਹੋਏਗਾ ਜਾਂ ਫਿਰ ਮਿਸ਼ਰਿਤ ਵਾਕ ਹੋਏਗਾ ਜਾਂ ਫਿਰ ਸਧਾਰਨ ਵਾਕ ਜਾਂ ਫਿਰ ਗੁੰਝਲਦਾਰ ਵਾਕ। ਸੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੋਏਗਾ ਉਹ ਕੀ ਹੋਏਗਾ ਜੀ? ਜਿਵੇਂ ਕਿ ਇੱਥੇ ਕਿਉਂਕਿ ਜਿਹੜਾ ਸ਼ਬਦ ਹੈਗਾ ਜੀ ਉਹ ਲੱਗ ਗਿਆ। ਸੋ ਇੱਕ ਦੂਜੇ 'ਤੇ ਕਹਿ ਲਓ ਵੀ ਨਿਰਭਰ ਹੈਗੇ ਆ, ਹੈ ਨਾ, ਕਹਿ ਸਕਦੇ ਆ ਨਾ। ਰਹਿਮਤ ਖੁਸ਼ ਹੈ ਕਿਉਂਕਿ ਉਹ ਜਮਾਤ ਵਿੱਚ ਪਹਿਲੇ ਨੰਬਰ 'ਤੇ ਆਇਆ ਹੈ। ਸਹੀ ਜਵਾਬ ਇੱਥੇ ਤੁਹਾਡਾ ਆਏਗਾ ਜੀ ਮਿਸ਼ਰਤ। ਸਧਾਰਨ ਵਿੱਚ ਇੱਕੋ ਹੀ ਵਾਕ ਹੁੰਦਾ ਆ ਅਤੇ ਸੰਯੁਕਤ ਵਾਕ ਦੇ ਵਿੱਚ ਵੀ 2 ਇੰਡੀਪੈਂਡੈਂਟ ਵਾਕ ਹੁੰਦੇ ਹੈਗੇ ਆ। ਸੋ ਆਪਸ਼ਨ ਨੰਬਰ ਏ ਜਵਾਬ ਤੁਹਾਡਾ ਇੱਥੇ ਸਹੀ ਬਣੇਗਾ। ਤੇ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਇਹ ਵੀ ਵੇਖ ਲਓ ਗ੍ਰਾਮਰ ਬੇਸਡ ਪ੍ਰਸ਼ਨ ਹੈ, ਬਹੁਤ ਸੌਖਾ ਪ੍ਰਸ਼ਨ ਹੈ। ਵੇਖੋ ਇੱਥੇ ਫੌਜ ਹੈ, ਸਤਲੁਜ ਹੈ, ਦਿਆਲੂ ਹੈ ਤੇ ਸ਼ਾਬਾਸ਼ ਹੈ। ਤੁਸੀਂ ਦੱਸਣਾ ਹੈ ਫੌਜ ਕੀ ਹੈ। ਫੌਜ ਗੁਣਵਾਚਕ ਹੈ, ਗੱਠਵਾਚਕ ਹੈ, ਪ੍ਰਸ਼ੰਸਾਵਾਚਕ ਹੈ, ਖਾਸ ਨਾਮ ਹੈ। ਸੋ ਫੌਜ ਕੀ ਹੈ? ਮੇਰੇ ਅਕੋਰਡਿੰਗ ਤਾਂ ਇਹ ਗੱਠਵਾਚਕ ਬਣਦਾ ਆ, ਮੇਰੇ ਅਕੋਰਡਿੰਗ ਤਾਂ ਗੱਠਵਾਚਕ ਬਣਦਾ ਆ। ਸਤਲੁਜ ਕੀ ਹੈ ਜੀ? ਸਤਲੁਜ ਕੀ ਹੈ? ਸਤਲੁਜ ਪ੍ਰਸ਼ੰਸਾਵਾਚਕ ਹੈ, ਗੁਣਵਾਚਕ ਹੈ ਜਾਂ ਫਿਰ ਖਾਸ ਨਾਮ ਹੈ? ਮੇਰੇ ਅਕੋਰਡਿੰਗ ਤਾਂ ਖਾਸ ਨਾਮ ਬਣਦਾ, ਤੁਹਾਡੇ ਅਕੋਰਡਿੰਗ ਦੱਸ ਦਿਓ ਕੀ ਬਣਦਾ ਆ। ਦਿਆਲੂ ਵੇਖੋ, ਦਿਆਲੂ ਮਤਲਬ ਉਹ ਪਰਸਨ ਬੜਾ ਦਿਆਲੂ ਹੈ ਜੀ, ਤੇ ਦਿਆਲੂ ਮਤਲਬ ਗੁਣ ਦੀ ਗੱਲ ਕੀਤੀ ਜਾ ਰਹੀ ਹੈ, ਗੁਣਵਾਚਕ ਹੋ ਗਿਆ। ਸ਼ਾਬਾਸ਼, ਪ੍ਰਸ਼ੰਸਾ ਕੀਤੀ ਜਾ ਰਹੀ ਹੈ ਕਿ ਸ਼ਾਬਾਸ਼ ਅੱਜ ਦੀ ਕਲਾਸ ਵਿੱਚ ਤੁਸੀਂ 15 ਵਿੱਚੋਂ 15 ਨੰਬਰ ਲਏ ਆ, ਸ਼ਾਬਾਸ਼, ਹੈ ਨਾ, ਠੀਕ ਹੈ। ਤੇ ਇਹ ਪ੍ਰਸ਼ੰਸਾਵਾਚਕ ਹੋ ਗਿਆ। ਤੁਸੀਂ ਵੇਖੋ ਪਹਿਲੇ ਦਾ ਜਵਾਬ ਦੂਜਾ ਹੈ ਕਿਸ ਵਿੱਚ? ਪਹਿਲਾ ਹੈ, ਦੂਸਰਾ ਵੇਖੋ ਸਾਰਿਆਂ ਦੇ ਵਿੱਚ ਹੀ ਦੂਜੇ ਆ, ਮਤਲਬ ਕਿ ਇਹਨਾਂ ਸਾਰਿਆਂ ਦੇ ਵਿੱਚ ਹੀ ਦੂਜਾ ਦੂਜਾ ਆ ਰਿਹਾ। ਹੁਣ ਦੂਸਰੇ ਦਾ ਵੇਖੋ, ਦੂਸਰੇ ਦਾ ਇੱਥੇ ਚੌਥਾ ਜਵਾਬ ਆ ਰਿਹਾ। ਦੇਖੋ ਦੂਸਰੇ ਚੌਥਾ ਕਿਹਦਾ ਆ ਰਿਹਾ? ਸਿਰਫ 20 ਦੇ ਵਿੱਚ ਆ ਰਿਹਾ ਦੂਸਰੇ ਦਾ ਚੌਥਾ।
दूसरे का चौथा आ रहा, तीसरे का वेखो की आ रहा, तीसरे का पहला है इत्थे, तीसरे का पहला हैगा आ, तो चौथे का वेखो इत्थे तीसरा है, चौथे का इत्थे तीसरा आ रहा। सो वेखो ऑप्शन नंबर बी जवाब तुहाडा बिल्कुल सही होएगा। ऑप्शन नंबर बी जवाब में तुसीं लगा दिओ टिक। तो हुण आपां चलदे हां अगले प्रश्न के उत्ते। अगला प्रश्न हैगा जी तवर्ग किहड़े व्यंजन हैगे आ। तवर्ग वाले ਜਿਹੜੇ ਹੁੰਦੇ ਆ ਨਾ ਤੱਤਾ ਥੱਥਾ ਦੱਦਾ ਧੱਦਾ, ਤੇ ਇਸ ਤਰ੍ਹਾਂ ਦੇ ਜਦੋਂ ਤੁਸੀਂ ਸ਼ਬਦ ਬੋਲਦੇ ਹੋ, ਅੱਖਰ ਬੋਲ ਰਹੇ ਹੋ, ਤੇ ਤੁਹਾਨੂੰ ਕੀ ਲੱਗਦਾ ਵੀ ਇਹ ਕੀ ਦੰਤੀ ਹੈ, ਕੰਠੀ ਹੈ, ਤਾਲਵੀ ਹੈ ਜਾਂ ਫਿਰ ਉਲਟ ਜੀਵੀ ਹੈ। ਸੋ ਤਵਰਗ ਕਿਹੜੇ ਵਿਅੰਜਨ ਨੇ ਜੀ। ਇਹ ਵੈਸੇ ਇਹਦੀ ਪੰਜਾਬੀ ਦੀ ਗ੍ਰਾਮਰ ਵਾਲੀ ਜਿਹੜੀਆਂ 3-4 ਕਲਾਸਾਂ ਸੀਗੀਆਂ ਜੀ ਉਹਦੇ ਵਿੱਚ ਆਪਾਂ ਮੈਨੂੰ ਲੱਗਦਾ ਇਹ ਵੀ ਪੜ੍ਹਿਆ ਹੀ ਸੀ। ਤੇ ਇਹਦੇ ਵਿੱਚ ਸਹੀ ਜਵਾਬ ਬਣੇਗਾ ਜੀ ਦੰਤੀ। ਕੀ ਬਣੇਗਾ ਜੀ ਦੰਤੀ। ਆਪਸ਼ਨ ਨੰਬਰ ਏ ਜਵਾਬ ਤੁਹਾਡਾ ਬਿਲਕੁਲ ਸਹੀ ਹੋਏਗਾ। ਤੇ ਚੱਲਦੇ ਹਾਂ ਅੱਜ ਦੇ ਸੈਕੰਡ ਲਾਸਟ ਪ੍ਰਸ਼ਨ ਦੇ ਉੱਤੇ। ਗੁਰਮੁਖੀ ਲਿਪੀ ਦੀ ਵਰਣਮਾਲਾ ਵਿਚਲੇ ਸਵਰ ਕਿਹੜੇ ਹਨ। ਠੀਕ ਹੈ ਜੀ, ਗੁਰਮੁਖੀ ਲਿਪੀ ਦੀ ਵਰਣਮਾਲਾ ਵਿਚਲੇ ਸਵਰ ਕਿਹੜੇ ਨੇ ਜੀ, ਤੁਹਾਨੂੰ ਇਹਦਾ ਪਤਾ ਹੀ ਹੋਣਾ ਆ। ਸੋ ਦੱਸ ਦਿਓ, ਊੜਾ ਐੜਾ ਹਾਹਾ, ਊੜਾ ਐੜਾ ਕੱਕਾ, ਊੜਾ ਐੜਾ ਈੜੀ ਜਾਂ ਫਿਰ ਊੜਾ ਈੜੀ ਸੱਸਾ। ਕਾਫੀ ਸੌਖਾ ਪ੍ਰਸ਼ਨ ਹੈਗਾ ਜੀ। ਆਪਸ਼ਨ ਨੰਬਰ ਸੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ। ਤੇ ਹੁਣ ਵਾਲਾ ਜਿਹੜਾ ਪ੍ਰਸ਼ਨ ਆਊਗਾ ਜੀ ਉਹ ਅੱਜ ਦਾ ਆਪਣਾ ਲਾਸਟ ਪ੍ਰਸ਼ਨ ਹੈਗਾ ਜੀ। ਇਸ ਤੋਂ ਬਾਅਦ ਆਪਣੇ 15 ਪ੍ਰਸ਼ਨ ਪੂਰੇ ਹੋ ਚੁੱਕੇ ਆ। ਤੇ ਮੈਨੂੰ ਨਹੀਂ ਲੱਗਦਾ ਮੈਂ ਤੁਹਾਡਾ ਜ਼ਿਆਦਾ ਸਮਾਂ ਵੀ ਲਿਆ ਹੋਊਗਾ, ਬਟ ਕਾਫੀ ਸਾਰੀਆਂ ਚੀਜ਼ਾਂ ਤੁਹਾਨੂੰ ਜ਼ਰੂਰ ਸਿੱਖਣ ਨੂੰ ਮਿਲੀਆਂ ਹੋਣਗੀਆਂ। ਜਦੋਂ ਇੱਕ ਭਾਸ਼ਾ ਵਿੱਚ ਕਿਸੇ ਹੋਰ ਭਾਸ਼ਾ ਦੇ ਜਿਹੜੇ ਸ਼ਬਦ ਨੇ ਜੀ ਉਹਨੂੰ ਐਜ਼ ਇਟ ਇਜ਼ ਲੈ ਲੈਂਦੇ ਆ, ਹੂਬਹੂ ਰੂਪ ਵਿੱਚ ਸ਼ਾਮਿਲ ਕਰ ਲਿਆ ਜਾਂਦਾ ਆ। ਤੇ ਉਹਨਾਂ ਸ਼ਬਦਾਂ ਨੂੰ ਆਖਦੇ ਕੀ ਆਪਾਂ, ਕੀ ਉਹਨਾਂ ਨੂੰ ਆਪਾਂ ਤਦਭਾਵ ਕਹਿੰਦੇ ਆ, ਤਤਸਮ ਕਹਿੰਦੇ ਆ, ਉਤਪੰਨ ਕਹਿੰਦੇ ਆ ਜਾਂ ਫਿਰ ਸਮਾਸੀ ਸ਼ਬਦ ਕਹਿੰਦੇ ਆ। ਸੋ ਜਦੋਂ ਆਪਾਂ ਕਿਸੇ ਭਾਸ਼ਾ ਦੇ ਵਿੱਚੋਂ ਆਪਾਂ ਐਜ਼ ਇਟ ਇਜ਼ ਸ਼ਬਦਾਂ ਨੂੰ ਲੈ ਲੈਂਦੇ ਆ ਤੇ ਉਹਨੂੰ ਤਤਸਮ ਸ਼ਬਦ ਕਿਹਾ ਜਾਂਦਾ ਆ। ਕੀ ਕਿਹਾ ਜਾਂਦਾ ਜੀ, ਤਤਸਮ। ਆਪਸ਼ਨ ਨੰਬਰ ਬੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ। ਇਹ ਸੀਗੇ ਜੀ ਅੱਜ ਦੇ ਆਪਣੇ ਕੁਝ 15 ਕੁ ਪ੍ਰਸ਼ਨ। ਤੇ ਕਮੈਂਟ ਕਰਕੇ ਜ਼ਰੂਰ ਜਾਇਓ ਤੁਹਾਡੇ ਇਹਦੇ 15 ਵਿੱਚੋਂ ਕਿੰਨੇ ਪ੍ਰਸ਼ਨ ਬਣੇ ਨੇ। ਵੇਖਣ ਵਾਲੇ ਇੰਨੇ ਸਾਥੀ ਹੁੰਦੇ ਨੇ ਬਟ ਕੋਈ ਕਮੈਂਟ ਕਰਕੇ ਜਾਂਦਾ ਨਹੀਂ। ਕਮੈਂਟ ਤੁਸੀਂ ਕਰਦੇ ਹੋ, ਵੇਖੋ ਮੇਰਾ ਹੀ ਇਹਦੇ ਵਿੱਚ ਕਹਿ ਲਓ ਵੀ ਬੈਨੀਫਿਟ ਹੁੰਦਾ ਆ। ਵੀਡੀਓ ਜਿਹੜੀਆਂ ਹੁੰਦੀਆਂ ਨੇ ਜੀ ਉਹਨਾਂ ਦੀ ਰੀਚ ਵੱਧਦੀ ਹੈ ਜੇਕਰ ਤੁਸੀਂ ਕਮੈਂਟ ਵੱਧ ਤੋਂ ਵੱਧ ਕਰਦੇ ਹੋ। ਤੇ ਦੋਸਤੋ ਲਾਈਕ ਕਰਨਾ ਸੈਸ਼ਨ ਨੂੰ ਬਿਲਕੁਲ ਨਾ ਭੁੱਲਿਓ, ਠੀਕ ਹੈ ਜੀ। ਬਾਕੀ ਮੈਂ ਤੁਹਾਨੂੰ ਪ੍ਰੋਮਿਸ ਕੀਤਾ ਸੀਗਾ ਕਿ ਜਦੋਂ ਤੱਕ PSTET ਦੀ ਪ੍ਰੀਖਿਆ ਨਹੀਂ ਕੰਡਕਟ ਕਰਵਾਈ ਜਾਂਦੀ ਮੇਰੇ ਦੁਆਰਾ 2 ਤੋਂ 3 ਰੈਗੂਲਰ ਵੀਡੀਓਜ਼ ਅਪਲੋਡ ਕੀਤੀਆਂ ਜਾਣਗੀਆਂ। ਸੋ ਮੇਰੇ ਦੁਆਰਾ ਤਾਂ ਵੇਖੋ ਆਪਦਾ ਫਰਜ਼ ਪੂਰਾ ਕੀਤਾ ਜਾ ਰਿਹਾ, ਬਟ ਤੁਸੀਂ ਆਪਦਾ ਇੰਨਾ ਕਰਦੇ ਨਹੀਂਗੇ ਤੇ ਨਾ ਹੀ ਇਹਨਾਂ ਵੀਡੀਓਜ਼ ਨੂੰ ਸ਼ੇਅਰ ਕਰਦੇ ਹੋ। ਕਿਉਂਕਿ ਜੇਕਰ ਤੁਸੀਂ ਸ਼ੇਅਰ ਕਰਦੇ ਹੋਵੋ ਇਹਨਾਂ ਵੀਡੀਓਜ਼ ਨੂੰ ਤਾਂ ਜਿਹੜੀ ਲਾਈਕਸ ਦੀ ਗਿਣਤੀ ਹੈਗੀ ਆ ਜਾਂ ਫਿਰ ਚੈਨਲ 'ਤੇ ਜਿਹੜੀ ਸਬਸਕ੍ਰਾਈਬਰਾਂ ਦੀ ਜਿਹੜੀ ਗਿਣਤੀ ਹੈਗੀ ਸੀ ਉਹ ਵੱਧਦੀ ਮੈਨੂੰ ਵਿਖਦੀ ਹੋਣੀ ਚਾਹੀਦੀ ਸੀਗੀ, ਬਟ ਉਹ ਵਿਖਦੀ ਨਹੀਂ। ਬਟ ਮੈਨੂੰ ਪਤਾ ਹੈ ਵੀ ਤੁਸੀਂ ਇੰਨਾ ਨਹੀਂ ਸ਼ੇਅਰ ਕਰਦੇ ਜਿੰਨਾ ਕਰਨਾ ਚਾਹੀਦਾ ਆ। ਸੋ ਤੁਸੀਂ ਵੀ ਆਪਦੇ ਵੱਲੋਂ ਥੋੜ੍ਹਾ ਜਿਹਾ ਕੋਸ਼ਿਸ਼ ਕਰ ਸਕਦੇ ਹੋ, ਕਿਉਂਕਿ ਤੁਸੀਂ B.Ed ਜਾਂ ਫਿਰ ETT ਕੀਤੀ ਹੋਈ ਹੈ ਅਤੇ ਤੁਹਾਡੇ ਨਾਲ ਦੇ ਵੀ ਕਾਫੀ ਸਾਰੇ ਸਾਥੀਆਂ ਨੇ ਵੀ B.Ed ਜਾਂ ਫਿਰ ETT ਹੀ ਕੀਤੀ ਹੋਊਗੀ। ਸੋ ਉਹਨਾਂ ਨਾਲ ਤੁਸੀਂ ਸ਼ੇਅਰ ਕਰ ਸਕਦੇ ਹੋ ਚੈਨਲ ਨੂੰ, ਅਤੇ ਆਪਣੇ ਚੈਨਲ 'ਤੇ ਜਿਹੜੀ ਸਬਸਕ੍ਰਾਈਬਰਾਂ ਦੀ ਜਿਹੜੀ ਗਿਣਤੀ ਹੈਗੀ ਹੈ ਜੀ ਉਹ ਵੀ ਵਧਾਉਣ ਵਿੱਚ ਹੈਲਪ ਕਰ ਸਕਦੇ ਹੋ। ਸੋ ਦੋਸਤੋ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ। ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਥੈਂਕ ਯੂ ਸੋ ਮਚ ਫॉर ਵਾਚਿੰਗ। ਗੋਡ ਬਲੈਸ ਯੂ ਆਲ।